welcome to Home Abroad. Let's take a look at the top stories first. Melbourne, Australia ਵਿੱਚ ਇੱਕ ਪੰਜਾਬੀ ਟੈਕਸੀ ਡਰਾਈਵਰ ਤੇ ਹੋਇਆ ਅਟੈਕ। ਹਰ ਦਿਨ ਇੰਡੀਅਨ ਰੁਪਏ ਦੀ ਘੱਟ ਦੀ ਕੀਮਤ ਕਾਰਨ ਕਈ ਲੋਕਾਂ ਦੇ ਫੋਰਨ ਡ੍ਰੀਮਸ ਦੀ ਕਾਸਟ ਰਹੀ ਹੈ ਵੱਧ। ਕੰਪੋਜ਼ਰ ਐਂਡ ਸਿੰਗਰ ਚੰਨੀ ਸਿੰਘ ਨੂੰ ਕੁਈਨ ਐਲਿਜ਼abeth ਨੇ ਆਰਡਰ ਆਫ ਦ ਬ੍ਰਿਟਿਸ਼ ਇੰਪਾਇਰ ਨਾਲ ਕੀਤਾ ਸਨਮਾਨਿਤ। And towards the end, Canada ਦੇ NRI ਨੇ ਗੁਰਦਾਸਪੁਰ ਵਿੱਚ ਸ਼ੁਰੂ ਕੀਤੀ ਡੇਅਰੀ ਫਾਰਮਿੰਗ। ਆਸਟ੍ਰੇਲੀਆ ਵਿੱਚ ਰੇਸ਼ੀਅਲ ਅਟੈਕਸ ਦੇ ਇਨਸੀਡੈਂਟਸ ਰੁਕਦੇ ਨਜ਼ਰ ਨਹੀਂ ਆ ਰਹੇ ਤੇ ਇਸੇ ਕੜੀ ਵਿੱਚ ਜੁੜ ਗਿਆ ਇੱਕ ਹੋਰ ਇਨਸੀਡੈਂਟ। Another Indian has been attacked in Melbourne. In Australia, an Indian taxi driver was allegedly attacked and racially abused, his car smashed as a group of youth went about attacking and robbing cab drivers in the suburbs. ਹਰਪ੍ਰੀਤ ਸਿੰਘ ਨਾਮ ਦਾ ਟੈਕਸੀ ਡਰਾਈਵਰ ਜਦੋਂ ਸਨਸ਼ਾਈਨ ਸਬਰਬਸ ਵਿੱਚੋਂ ਗੁਜ਼ਰ ਰਿਹਾ ਸੀ ਤਾਂ ਉਸ ਦੀ ਕਾਰ ਨੂੰ ਪਿੱਛੋਂ ਟੱਕਰ ਮਾਰੀ ਗਈ। ਪੀੜਤ ਡਰਾਈਵਰ ਮੁਤਾਬਕ 4 ਵਿਅਕਤੀਆਂ ਨੇ ਉਸ ਉੱਤੇ ਬੇਸਬਾਲ ਬੈਟ ਨਾਲ ਹਮਲਾ ਕੀਤਾ ਤੇ ਉਸ ਦੀ ਕਾਰ ਦੀ ਬੁਰੀ ਤਰ੍ਹਾਂ ਭੰਨ-ਤੋੜ ਵੀ ਕੀਤੀ। As per the allegations, ਹਰਪ੍ਰੀਤ ਸਿੰਘ was abused and told to go back to India. ਭਾਰਤੀ ਟੈਕਸੀ ਡਰਾਈਵਰਾਂ ਤੇ ਹੋਏ ਇਸ ਹਮਲੇ ਬਾਰੇ ਮੈਲਬਰਨ 'ਚ ਰਹਿੰਦੇ ਪੰਜਾਬੀ ਮੂਲ ਦੇ ਪੱਤਰਕਾਰ ਤੇਜਸਦੀਪ ਅਜਨੌਦਾ ਨਾਲ ਗੱਲਬਾਤ ਕੀਤੀ ਗਈ। ਇਹ ਘਟਨਾ ਸਾਹਮਣੇ ਆਈ ਹੈ ਜਿਹੜੇ ਦੱਖਣੀ ਹਿੱਸਾ ਮੈਲਬਰਨ ਦਾ, ਉੱਥੇ ਜਿਹੜੇ ਕਰੀਬ 5 ਟੈਕਸੀ ਚਾਲਕਾਂ ਤੇ ਹਮਲੇ ਹੋਏ ਨੇ ਔਰ ਇਹ ਹਮਲੇ ਕਾਫੀ ਗੰਭੀਰ ਮੰਨੇ ਜਾ ਰਹੇ ਨੇ ਕਿਉਂਕਿ ਇਸ ਦੇ ਵਿੱਚ ਇੱਕ ਤਾਂ ਜਿਹੜੀ ਸਿਰਫ ਜਾਨਲੇਵਾ ਹਮਲੇ ਜਿਹੜੇ ਸੀ ਇਹ ਕੀਤੇ ਗਏ ਨੇ। ਕਾਫੀ ਇਹਨਾਂ ਦੇ ਵਿੱਚ ਜਿਹੜੇ ਫਿਜ਼ੀਕਲ ਜਿਹੜਾ ਨੁਕਸਾਨ ਹੋਇਆ, ਇੱਕ ਆਪਣੇ ਪੰਜਾਬੀ ਟੈਕਸੀ ਚਾਲਕ ਦੀ ਬਾਂਹ ਵੀ ਉਹਦੇ 'ਚ ਟੁੱਟੀ ਹੈ ਤੇ ਜਿਹੜੀਆਂ ਟੈਕਸੀਆਂ ਕਾਫੀ ਨੁਕਸਾਨੀਆਂ ਗਈਆਂ ਨੇ। ਕਾਫੀ ਸਖਤੀ ਨਾਲ ਪੁਲਿਸ ਨੇ ਜਿਹੜੀ ਕਾਰਵਾਈ ਕੀਤੀ ਹੈ ਔਰ ਇਹ ਬੜੀ ਹੈਰਾਨੀਜਨਕ ਇਹਨੂੰ ਆਪਾਂ ਕਹਿ ਸਕਦੇ ਹਾਂ ਕਿਉਂਕਿ ਜਿਹੜਾ ਪਿਛਲੀ ਵਾਰੀ ਦੌਰ ਚੱਲਿਆ ਸੀ ਭਾਰਤੀਆਂ ਤੇ ਹਮਲਿਆਂ ਦਾ, ਉਸ ਤੋਂ ਇਸ ਵਾਰ ਬਹੁਤ ਜ਼ਿਆਦਾ ਮੁਸਤੈਦੀ ਨਾਲ ਜਿਹੜੀਆਂ ਪੁਲਿਸ ਦੀਆਂ ਟਾਸਕ ਫੋਰਸਿਸ ਨੇ ਉਹ ਸਾਹਮਣੇ ਆਈਆਂ ਨੇ ਤੇ ਅੱਜ ਜਿਹੜੀ ਮਿਲੀ ਜਾਣਕਾਰੀ ਮੁਤਾਬਕ ਜਿਹੜੇ 9 ਜਿਹੜੇ ਮੁਜਰਮ ਨੇ ਉਹ ਪੁਲਿਸ ਨੇ ਗ੍ਰਿਫਤਾਰ ਕੀਤੇ ਨੇ ਔਰ ਇਹਨਾਂ ਦੇ ਵਿੱਚੋਂ ਇੱਕ ਲੜਕੀ ਵੀ ਸ਼ਾਮਲ ਹੈ ਔਰ 5 ਮੁਜਰਮਾਂ ਦੀ ਜਿਹੜੀ ਇਹਨਾਂ ਨੇ ਉਮਰ ਦੱਸੀ ਹੈ 14 ਤੋਂ 18 ਸਾਲ ਦੇ ਕਰੀਬ ਜਿਹੜੇ ਆ ਉਹ ਆਸਟ੍ਰੇਲੀਆਈ ਜਿਹੜੇ ਮੁੰਡੇ ਉਹ ਪੁਲਿਸ ਨੇ ਗ੍ਰਿਫਤਾਰ ਕਰਕੇ। ਟੈਕਸੀ ਚਾਲਕਾਂ ਦੇ ਨਾਲ ਮੇਰੀ ਵੀ ਕਾਫੀ ਗੱਲਬਾਤ ਹੋਈ ਹੈ, ਉਦੋਂ ਵੀ ਸਾਹਮਣੇ ਆਇਆ ਕਿਉਂਕਿ ਜਦੋਂ ਇਹੋ ਜਿਹੀ ਕਾਰਵਾਈ ਹੁੰਦੀ ਹੈ ਪਹਿਲੀਆਂ ਕਾਰਵਾਈਆਂ ਦੀ ਜਿਹੜੀਆਂ ਘਟਨਾਵਾਂ ਵਾਪਰੀਆਂ ਸੀ ਉਸ ਤੋਂ ਬਾਅਦ ਪੁਲਿਸ ਦਾ ਜਿਹੜਾ ਰਵੱਈਆ ਸੀ ਬਹੁਤ ਜ਼ਿਆਦਾ ਨਰਮ ਸੀ ਔਰ ਪੁਲਿਸ ਜਿਹੜਾ ਐਕਸ਼ਨ ਦੇ ਵਿੱਚ ਕਾਫੀ ਸਮਾਂ ਲੈ ਰਹੀ ਸੀ। ਉਸ ਤੋਂ ਬਾਅਦ ਭਾਰਤੀ ਭਾਈਚਾਰੇ ਦੇ ਵਿੱਚ ਇੱਕ ਜਿਹੜਾ ਸਹਿਮ ਦਾ ਮਾਹੌਲ ਹੈ ਉਹ ਸਾਹਮਣੇ ਬਿਲਕੁਲ ਸਪਸ਼ਟ ਤੌਰ ਤੇ ਦਿਖਾਈ ਦਿੰਦਾ ਸੀ। ਪਰ ਕੱਲ ਦੀ ਘਟਨਾ ਤੋਂ ਬਾਅਦ ਜਿਵੇਂ ਅੱਜ ਦੋਸ਼ੀ ਅਦਾਲਤ ਦੇ ਵਿੱਚ ਤੁਰੰਤ 24 ਘੰਟਿਆਂ ਦੇ ਵਿੱਚ ਜਿਹੜਾ ਟਾਸਕ ਫੋਰਸ ਨੇ ਪੇਸ਼ ਕੀਤੇ ਨੇ, ਉਸ ਤੋਂ ਬਾਅਦ ਜਿਹੜਾ ਥੋੜਾ ਮੋਟਾ ਡਰਾਈਵਰਾਂ ਦੇ ਵਿੱਚ ਜਿਹੜਾ ਇਹ ਜਾਂ ਹੋਰ ਜਿਹੜੇ ਭਾਰਤੀ ਭਾਈਚਾਰੇ ਦੇ ਜਿਹੜੇ ਲੋਕ ਨੇ ਜਿਹੜੇ ਬਾਹਰੀ ਇਲਾਕਿਆਂ ਦੇ ਵਿੱਚ ਕੰਮ ਕਰਦੇ ਨੇ ਉਹਨਾਂ ਦੇ ਵਿੱਚ ਥੋੜੀ ਜਿਹੀ ਜਿਹੜੀ ਹੈ ਉਹ ਕਿਤੇ ਨਾ ਕਿਤੇ ਇਹ ਡਰ ਦੂਰ ਹੋਇਆ। ਇਸ ਹਮਲੇ ਦੌਰਾਨ ਹਰਪ੍ਰੀਤ ਸਿੰਘ ਨੂੰ ਕਾਫੀ ਸੱਟਾਂ ਵੱਜੀਆਂ। A man has been charged with armed robbery and assault after attacks on taxi drivers in Melbourne's west. Notably, the gang ambushed and robbed 5 taxis in separate incidents in the western suburbs of Melbourne. Bureau Report, Day and Night News. NRI Kulwant Kaur may never recover from the trauma of being robbed in her motherland, but this week as police announced the arrest of one of the accused, her family felt some sense of justice. Here's a report. 6 ਜੂਨ ਨੂੰ ਨਾਰਵੇ ਦੀ ਸਿਟੀਜ਼ਨ ਕੁਲਵੰਤ ਕੌਰ ਆਪਣੇ ਰਿਲੇਟਿਵਸ ਦੇ ਘਰ ਤੋਂ ਵਾਪਸ ਆ ਰਹੀ ਸੀ when snatchers targeted Kulwant near Rose Enclave of Ludhiana. Kulwant had lost 35 tolas of gold, 73,000 Norwegian kroner, 3 passports, a mobile phone, a wristwatch and silver ornaments to the snatchers and was left terrorized. जिस दिन ਅਸੀਂ ਆਏ ਹਾਂ अर्ली in the morning ਕੋ ਮੌਸਮ ਖਰਾਬ ਕਰਕੇ ਜਿੱਥੇ ਮੈਂ ਰਹਿਣਾ ਉੱਥੇ ਲਿਫਟ ਖਰਾਬ ਸੀਗੀ ਤਾਂ ਮੈਂ ਹਾਰਟ ਦਾ ਪੇਸ਼ੈਂਟ ਹੋਣ ਕਰਕੇ ਤੇ ਪੌੜੀਆਂ ਚੜ੍ਹਨਾ ਵਾਜਬ ਨਹੀਂ ਸਮਝਿਆ ਤੇ ਮੈਂ ਆਪਣੇ ਬ੍ਰਦਰ ਇਨ ਲਾ ਵੱਲ ਚਲਿਆ ਗਿਆ। ਉੱਥੇ ਜਾ ਕੇ ਅਸੀਂ ਨਹਾਤੇ ਹਾਂ ਤੇ ਨਹਾ ਕੇ ਬ੍ਰੇਕਫਾਸਟ ਕੀਤਾ। ਉਦੋਂ ਬਾਅਦ ਸੀਗਾ ਵੀ ਆਪਾਂ ਇੰਨਾ ਪੈਸਾ ਹੈਗਾ ਕੋਲ ਵੀ ਚਲੋ ਇਹਨੂੰ ਬੈਂਕ 'ਚ ਜਮ੍ਹਾਂ ਕਰਾ ਦਈਏ ਤੇ ਨਾਲੇ ਸੋਚਦੇ ਸੀ ਵੀ ਕਾਰ ਬਾਏ ਕਰ ਲਈਏ ਜਾਂ ਕਿਵੇਂ ਵੀ ਉਹਨੂੰ ਉਹਦੇ ਕਰਕੇ ਤੇ ਬੈਂਕ ਨੂੰ ਜਾ ਰਹੇ ਸੀ। ਕਾਰਾਂ ਉਹ ਮੁੰਡਾ ਸਾਨੂੰ ਦਿੱਲੀ ਤੋਂ ਲੈ ਕੇ ਆਇਆ ਸੀ ਇਸ ਕਰਕੇ ਸੁੱਤਾ ਪਿਆ ਸੀ, ਕਾਰ ਬਿਜੀ ਸੀ। ਅਸੀਂ ਕਿਹਾ ਚਲੋ ਰਿਕਸ਼ੇ ਚਲੇ ਜਾਂਦੇ ਹਾਂ ਵੀ ਨੈਵਰ ਥੌਟ ਵੀ ਇਸ ਤਰ੍ਹਾਂ ਹੋ ਜਾਊਗਾ। ਤੇ ਬੇਟੀ ਤੇ ਮੈਂ ਇੱਕ ਰਿਕਸ਼ੇ 'ਚ ਸੀ, ਭੈਣ ਇਹਨਾਂ ਦੇ ਵਾਈਫ ਤੇ ਮੇਰੀ ਵਾਈਫ ਇੱਕ ਰਿਕਸ਼ੇ 'ਚ ਸੀਗੇ ਤੇ ਮੇਰਾ ਜਸਟ 100 ਮੀਟਰ ਦਾ ਫਰਕ ਹੋਊਗਾ ਪਿੱਛੇ ਰਿਕਸ਼ੇ ਦਾ, ਪਰ ਇਹ ਇੰਨੀ ਛੇਤੀ ਹੋਇਆ ਵੀ ਮੈਂ ਵੀ ਕੋਈ ਉਹ ਤੇ ਰਿਐਕਟ ਨਹੀਂ ਦੇਖ ਵੀ ਨਹੀਂ ਸਕਿਆ, ਰਿਐਕਟ ਵੀ ਨਹੀਂ। ਮੈਂ ਤਾਂ ਉਦੋਂ ਰਿਐਕਟ ਹੋਇਆ ਜਦੋਂ ਵਾਈਫ ਰਿਕਸ਼ੇ ਦੇ ਵਿੱਚੋਂ ਡਿੱਗ ਗਈ।
पर लुधियाना पुलिस ने इस वीक दोषियों ਨੂੰ ਅਰੈਸਟ ਕਰ ਲਿਆ ਹੈ। पुलिस recovered 50,600 Norwegian kroner, a mobile, 2 spectacles, a wristwatch, a gold necklace, a gold chain, 4 rings, silver ornaments and the motorcycle used for the crime from Sunny Arora of Hebberwal, the main accused. ਸਰਦਾਰ ਜਗਜੀਵਨ ਸਿੰਘ ਜੀ ਨਾਰਵੇ ਤੋਂ ਆਏ ਸੀਗੇ ਪੰਜਾਬ, ਲੁਧਿਆਣੇ ਆਪਣੇ ਰਿਸ਼ਤੇਦਾਰਾਂ ਨੂੰ ਮਿਲਣ। ਇਹਨਾਂ ਦੀ ਬੇਟੀ ਦੀ ਸ਼ਾਦੀ ਹੈ ਆਉਣ ਵਾਲੇ ਟਾਈਮ 'ਚ, ਉਹਦੀਆਂ ਕੁਝ ਤਿਆਰੀਆਂ ਕਰਨ ਲਈ ਆਏ ਸੀ ਤੇ ਉਸੇ ਦਿਨ ਇਹਨਾਂ ਨੇ ਇੰਨੇ ਵਰਡ ਸੀਗੇ ਵੀ ਇਹਨਾਂ ਕੁਝ 골ਡ ਜਾਂ ਕੁਝ ਐਵੇਂ ਦੇ ਆਈਟਮ ਸੀਗੀਆਂ ਜਿਹੜੀਆਂ ਇਹ ਸੇਮ ਡੇ ਹੀ ਬੈਂਕ 'ਚ ਜਮ੍ਹਾਂ ਕਰਾਉਣਾ ਚਾਹੁੰਦੇ ਸੀ ਤੇ 10-11 ਵਜੇ ਬੈਂਕ ਲਈ ਜਾਣ ਲਈ ਇਹਨਾਂ ਨੇ ਰਿਕਸ਼ਾ ਲਿਆ ਆਪਣੇ ਘਰ ਤੋਂ ਬਾਹਰ। ਉੱਥੇ ਥੋੜਾ ਦੂਰ ਜਾ ਕੇ ਇਹਨਾਂ ਦੀ ਸਨੈਚਿੰਗ ਹੋ ਗਈ ਮਾਇਆ ਨਗਰ 'ਚ ਤੇ 6 ਤਰੀਕ ਦੀ ਗੱਲ ਹੈ ਜੀ। ਸਾਨੂੰ ਇਨਫੋਰਮੇਸ਼ਨ ਥੋੜੀ ਮਿਲੀ ਕਿਉਂਕਿ ਇਹਦੇ ਵਿੱਚ ਨਾਰਵੇ ਦੀ ਕਰੰਸੀ ਇਨਵੋਲਵਡ ਸੀਗੀ ਤੇ ਥੋੜੀ ਬਹੁਤ ਇਸ ਗੱਲ ਤੋਂ ਲੀਡ ਮਿਲੀ ਸਾਨੂੰ ਤੇ ਕੱਲ ਅਸੀਂ ਬੰਦੇ ਆਇਡੈਂਟੀਫਾਈ ਕਰਕੇ ਨਾਕਾ ਲਾਇਆ ਹੋਇਆ ਸੀਗਾ ਜਿਹਦੇ 'ਚ ਮੁੰਡਾ ਸਨੀ ਅਰੋੜਾ ਮੋਟਰਸਾਈਕਲ ਤੇ ਆਉਂਦਾ ਸੀ, ਕਾਬੂ ਕਰ ਲਿਆ ਕੱਲ 5:30-6 ਵਜੇ। ਉਸ ਤੋਂ ਬਾਅਦ ਇਹਨਾਂ ਦਾ ਸਰਚ ਕਰਨ ਤੇ ਜਿਹੜਾ ਇਹਨਾਂ ਦਾ ਸੇਮ ਸੀਗਾ ਸਮਾਨ ਜਿਵੇਂ ਪਾਸਪੋਰਟਸ ਵਗੈਰਾ ਸਾਨੂੰ ਕੱਲ ਰਿਕਵਰ ਹੋ ਗਏ ਸੀਗੇ। ਇਨਵੈਸਟੀਗੇਟਿੰਗ ਆਫਿਸਰ ਨੇ ਕਿਹਾ ਕਿ ਪੁਲਿਸ ਨੇ 22 ਸਾਲਾਂ ਦੇ ਸਨੀ ਨੂੰ ਤਾਂ ਅਰੈਸਟ ਕਰ ਲਿਆ ਪਰ ਬਾਕੀ ਦੋਸ਼ੀ ਅਜੇ ਫਰਾਰ ਨੇ। ਸਨੀ ਕਨਫੈਸਡ ਟੂ ਦ ਕ੍ਰਾਈਮ। ਬਿਊਰੋ ਰਿਪੋਰਟ TN Night News। ਕੈਨੇਡਾ ਦੀ ਫੈਡਰਲ ਕੋਰਟ ਨੇ ਗਵਰਨਮੈਂਟ ਦੇ 2008 ਤੋਂ ਪਹਿਲਾਂ ਵੀਜ਼ੇ ਦੀਆਂ ਐਪਲੀਕੇਸ਼ਨਸ ਨੂੰ ਵਾਪਸ ਲੈਣ ਦੇ ਡਿਸੀਜਨ ਨੂੰ ਪਲਟ ਦਿੱਤਾ ਹੈ। ਕੈਨੇਡਾ ਗਵਰਨਮੈਂਟ ਦੇ ਇਮੀਗ੍ਰੇਸ਼ਨ ਮਿਨਿਸਟਰ ਨੇ ਕੁਝ ਮਹੀਨੇ ਪਹਿਲਾਂ ਵੀਜ਼ਾ ਐਪਲੀਕੇਸ਼ਨਸ ਨੂੰ ਵਾਪਸ ਕਰਨ ਦਾ ਫੈਸਲਾ ਕੀਤਾ ਸੀ, ਜਿਸ ਦੇ ਵਿਰੋਧ ਵਿੱਚ ਇੰਡੀਆ ਦੇ ਕਈ ਸ਼ਹਿਰਾਂ ਵਿੱਚ ਵਿਰੋਧ ਪ੍ਰਦਰਸ਼ਨ ਅਤੇ ਰੈਲੀਜ਼ ਹੋਈਆਂ ਸਨ। ਕੈਨੇਡਾ ਜਾਣ ਦੇ ਇੱਛੁਕ ਇੰਡੀਅਨਸ ਲਈ ਇੱਕ ਖੁਸ਼ਖਬਰੀ ਹੈ। ਕੈਨੇਡਾ ਦੀ ਫੈਡਰਲ ਅਦਾਲਤ ਨੇ 28 ਫਰਵਰੀ 2008 ਤੋਂ ਪਹਿਲਾਂ ਆਈਆਂ ਅਰਜ਼ੀਆਂ ਤੇ ਮੁੜ ਵਿਚਾਰ ਕਰਨ ਦਾ ਹੁਕਮ ਦਿੱਤਾ ਹੈ। Canada Citizenship and Immigration Minister Jason Kenney was sued by 900 Canadian permanent residency applicants under the federal skilled worker class out of about 3 lakh affected applicants. The applicants pleaded before the court to issue orders to get their applications for permanent residence processed. Applicants ਦੇ ਵਕੀਲ ਦਾ ਕਹਿਣਾ ਹੈ ਕਿ ਅਦਾਲਤ ਨੇ ਜੇਸਨ ਦੀ ਅਪੀਲ ਨੂੰ ਰੱਦ ਕਰ ਦਿੱਤਾ ਹੈ ਅਤੇ ਉਹਨਾਂ ਨੂੰ ਅਦਾਲਤ ਦਾ ਫੈਸਲਾ ਮਨਜ਼ੂਰ ਹੈ। ਫੈਡਰਲ ਕੋਰਟ ਦਾ ਫੈਸਲਾ ਕੈਨੇਡਾ ਸਰਕਾਰ ਲਈ ਇੱਕ ਝਟਕਾ ਹੈ ਜੋ ਕਿ 3 ਲੱਖ ਅਰਜ਼ੀਕਾਰਾਂ ਨੂੰ ਕੈਨੇਡਾ ਆਉਣ ਤੋਂ ਰੋਕਣਾ ਚਾਹੁੰਦੀ ਸੀ। Various protests were organized in New Delhi and Punjab over the government's move as it would have affected several applicants wanting to become Canadian permanent residents. Bureau Report, TN Night News. And now it's time for us to slip into a short break. At the break to baad har din Indian rupee di ਘਟ ਦੀ ਕੀਮਤ ਕਾਰਨ ਕਈ ਲੋਕਾਂ ਦੇ foreign dreams ਦੀ cost ਰਹੀ ਹੈ ਵੱਧ। Welcome back. Are you an Indian student thinking to go abroad? Or are you already there somewhere in the far-flung braving the rupee crisis? Then it's time to face the music. Wadiyan feesaਂ ਅਤੇ ਹਰ ਦਿਨ ਘਟ ਰਹੀ ਪੈਸੇ ਦੀ ਕੀਮਤ। ਕੀ ਇਸ ਸਭ ਦੇ ਬਾਵਜੂਦ ਵੀ ਸਟੂਡੈਂਟਸ ਜਾਣਾ ਚਾਹੁੰਦੇ ਨੇ ਅਬਰੋਡ? ਕੀ ਇਸ ਵੱਧਦੀ ਮਹਿੰਗਾਈ ਵਿੱਚ ਕਰ ਸਕਣਗੇ ਸਟੂਡੈਂਟਸ ਸਰਵਾਈਵ? Here's a report. The sharp decline in Indian rupee against the US dollar has spiked the dreams of many students जो कि बाहर पढ़ रहे ने ਜਾਂ ਫਿਰ abroad जाके higher studies ਕਰਨ ਦੀ ਸੋਚ ਰਹੇ ਨੇ। The fall in rupee against the US dollar in the last 1 month has pushed it up to about 56 rupees against the US dollar। ਤੇ ਰੁਪਏ ਦੀ ਘਟ ਦੀ ਕੀਮਤ ਨਾਲ ਵੱਧ ਗਈਆਂ ਨੇ ਕਾਲਜ ਦੀਆਂ ਫੀਸਾਂ ਅਤੇ ਨਾਲ ਹੀ ਬਾਹਰ ਰਹਿਣ ਦੇ living expenses। If you're an Indian student wishing to go abroad, you will think twice. Right from those planning to study or holiday abroad, ਜਾਂ ਫਿਰ ਗੱਲ ਹੋਵੇ ਆਪਣੇ favorite restaurant ਤੇ dine ਕਰਨ ਦੀ, everyone has been forced to loosen his purse strings. But it's not just outside meals that have been burning holes in the customer's pocket. Experts ਦਾ ਮੰਨਣਾ ਹੈ ਕਿ ਜੇ ਇੰਜ ਰੁਪਏ ਦੀ ਕੀਮਤ ਘੱਟ ਦੀ ਗਈ ਤਾਂ ਆਉਣ ਵਾਲੇ ਸਮੇਂ 'ਚ ਬੁੱਕਸ, ਹੌਸਟਲ ਦੇ ਖਰਚੇ ਅਤੇ ਟਰੈਵਲਿੰਗ ਤੇ ਵੀ ਇਸ ਦਾ ਡੂੰਘਾ ਅਸਰ ਦੇਖਣ ਨੂੰ ਮਿਲੇਗਾ। ਇਹਦਾ ਬਹੁਤ ਮਾੜਾ ਅਸਰ ਹੈ ਹਰੇਕ ਪਰਿਵਾਰ ਦੇ। ਤਕਰੀਬਨ ਪਿਛਲੇ 6 ਮਹੀਨਿਆਂ ਦੇ ਵਿੱਚ 18-20% ਦੇ ਉਹਨਾਂ ਦਾ ਐਵਰੇਜ ਖਰਚਾ ਵੱਧ ਗਿਆ ਹੈਗਾ। ਹਰੇਕ ਨੇ ਮਸਾਂ ਆਪਣਾ ਜੋੜਿਆ ਹੁੰਦਾ, 4 ਪਾਸੇ ਰਿਸ਼ਤੇਦਾਰਾਂ ਤੋਂ ਪੈਸੇ ਲਿੱਤੇ ਹੁੰਦੇ, ਬੈਂਕ ਲੋਨ ਲਿੱਤਾ ਹੁੰਦਾ। ਸੋ ਹੁਣ ਜੋ ਮੈਂ ਸੋਚਦਾ ਵੀ ਜਿਵੇਂ 18-15-20% ਆਪਾਂ ਜੇ ਕਹਿ ਦਈਏ ਵਧਿਆ ਤਾਂ ਤਕਰੀਬਨ 5ਵਾਂ ਹਿੱਸਾ ਬਣ ਜਾਂਦਾ। ਜੇ ਕਿਤੇ ਨੇ ਅਗਲੇ ਨੇ 100 ਰੁਪਈਆ ਜੋੜਿਆ ਉਹਨੂੰ 120 ਉਹਨੂੰ ਵਿਚਾਰੇ ਨੂੰ ਇਕੱਠੇ ਅਗਲੇ ਕਰਨੇ ਪੈਣੇ, ਮੁਸ਼ਕਲ ਹੋ ਜਾਂਦਾ। ਸੋ ਹੁਣ ਲੋਕਾਂ ਦੇ ਸੁਪਨੇ ਹੋਰ ਮਹਿੰਗੇ ਹੋ ਗਏ। Experts ਦੇ ਮੁਤਾਬਿਕ ਸਭ ਤੋਂ ਵੱਡੀ ਸੱਟ ਲੱਗਦੀ ਹੈ ਮਿਡਲ ਕਲਾਸ ਫੈਮਿਲੀਜ਼ ਨੂੰ who take education loans in order to make payments of fees. With increasing cost of fees in rupees, interest on such loans put further burden on the students and their families.
a lot of planning, saving and investment will be required in future from families to shoulder expenses of their children's foreign education. Students ਨੂੰ ਤਾਂ ਇਹ students ਨੇ ਇਹਨਾਂ ਦੇ ਮਾਂ-ਬਾਪ ਨੂੰ ਬਹੁਤ ਇਫੈਕਟ ਹੋਇਆ ਹੈ, ਫਾਈਨੈਂਸ਼ਲੀ ਬਹੁਤ ਵੱਡਾ ਇਫੈਕਟ ਹੋਇਆ। ਇਹਦੇ ਨਾਲ ਇਹ ਤਾਂ ਨਹੀਂ ਮੈਂ ਕਹਿੰਦਾ ਕਿ ਅੱਗੇ ਤੋਂ ਸਟੂਡੈਂਟ ਜਿਹੜੇ ਹੈਗੇ ਜਾਣੇ ਘੱਟ ਹੋ ਗਏ ਨੇ, ਲੇਕਿਨ ਉਹਨਾਂ ਦੇ ਮਾਂ-ਬਾਪ ਦੇ ਉਹ ਹੋਰ ਰਾਈਟ ਐਂਡ ਲੈਫਟ ਆਪਣੀਆਂ ਸੋਰਸਿਸ ਤੋਂ ਪੈਸਾ ਇਕੱਠਾ ਕਰਕੇ ਬੱਚਿਆਂ ਦੀ ਖਾਤਰ ਕਿਉਂਕਿ ਦੇਣਾ ਪਊਗਾ, ਉਹਦੇ ਕਰਕੇ ਲਾਸ ਬਹੁਤ ਵੱਡਾ ਲਾਸ ਹੈ, ਫਾਈਨੈਂਸ਼ੀਅਲ ਇੰਪੈਕਟ ਹੈਗਾ ਪੇਰੈਂਟਸ ਦੇ ਉੱਤੇ। ਗਲੋਬਲ ਸਿਨੈਰੀਓ ਨੂੰ ਵੇਖੀਏ ਤਾਂ ਇਕਨੋਮਿਕ ਡਿਪਰੈਸ਼ਨ ਦੇ ਕਾਰਨ ਇੰਡੀਅਨ ਸਟੂਡੈਂਟਸ ਲਈ ਬਾਹਰ ਪੜ੍ਹ ਕੇ ਵੀ ਜੌਬਸ ਦਾ ਸਕੋਪ ਸਿਗਨੀਫੀਕੈਂਟਲੀ ਘਟ ਗਿਆ ਹੈ। Vocational courses like hotel management, mass communication and PR, which had lately picked up steam, leave students with nothing but a piece of degree and all smoke. ਹੁਣ ਸੋਚਣਾ ਇਹ ਹੈ ਕਿ is it even worth to taste the soda that has lost its fizz? ਆਓ ਜਾਣਦੇ ਹਾਂ ਇਹਨਾਂ ਸਟੂਡੈਂਟਸ ਤੋਂ ਕਿ ਕਿੰਨਾ ਸਹੀ ਹੈ ਇਸ no jobs high cost scenario 'ਚ ਬਾਹਰ ਜਾ ਕੇ ਪੜ੍ਹਨਾ। ਅਸੀਂ ਬਾਹਰ ਇਸ ਕਰਕੇ ਜਾਣਾ ਚਾਹੁੰਦੇ ਵੀ ਇੱਕ ਤਾਂ ਉੱਥੇ ਚਾਹੇ ਬੰਦਾ ਆਪ ਕੰਮ ਕਰਕੇ ਕਮਾਵੇ ਪਰ ਉੱਥੇ ਡਾਲਰ ਦੀ ਵੈਲਿਊ ਜ਼ਿਆਦਾ ਆ ਆਪਣੇ ਇੰਡੀਆ ਨਾਲੋਂ, ਤੇ ਇੱਥੇ ਆਪਾਂ ਜੇ ਕਮਾਉਨੇ ਆ ਇੱਕ ਤਾਂ ਆਪਾਂ ਨੂੰ ਪੇ ਘੱਟ ਮਿਲਦੇ, ਆਪਣੇ ਖਰਚੇ ਨਹੀਂ ਪੂਰੇ ਹੁੰਦੇ। ਇਸ ਹਿਸਾਬ ਨਾਲ ਖਰਚੇ ਦੇ ਅਕੋਰਡਿੰਗ ਖਰਚਾ ਕਰਨ ਦੇ ਅਕੋਰਡਿੰਗ ਆਪਾਂ ਨੂੰ ਬਾਹਰ ਜਾਣਾ ਬਹੁਤ ਜ਼ਰੂਰੀ ਹੋ ਗਿਆ। ਕਈ ਵਾਰ ਹੁਣ ਘਰ ਦੇ ਵੀ ਚਾਹੁੰਦੇ ਨੇ ਕਿ ਮੁੰਡਾ ਬਾਹਰ ਜਾਵੇ, ਚਲੋ ਆਪਦਾ ਖੁਦ ਤੇ ਡਿਪੈਂਡੈਂਟ ਹੋਵੇ, ਆਪਦੇ ਪੈਰਾਂ ਤੇ ਖੜਾ ਹੋਵੇ, ਔਰ ਇਹ ਹੁਣ ਜੌਬਸ ਵੀ ਨਹੀਂ ਛੇਤੀ ਮਿਲਦੀਆਂ ਹੈਗੀਆਂ। ਉਹਦੇ ਲਈ ਪੜ੍ਹਨਾ ਵੀ ਜ਼ਰੂਰੀ ਹੋ ਗਿਆ। 80-90% ਲੋ ਹੁਣ ਇੰਨੇ ਹੁਣ ਕੀ ਕਰੇ 40% ਦੇ ਪਾਸ ਤਾਂ ਕਰ ਦਿੰਦੇ ਨੇ, ਜੌਬਸ ਕਿਉਂ ਨਹੀਂ ਮਿਲਦੀਆਂ? ਫਿਰ ਜੌਬਸ ਵੀ ਮਿਲਣੀ ਆ ਤਾਂ ਫਿਰ ਜੌਬਸ ਮਿਲ ਜਾਂਦੀਆਂ ਨੇ। ਸਕੂਲ 'ਚ ਟੀਚਰ ਲੱਗ ਜਾਓ ਜੀ, MBA BA ਕਰਕੇ BEd ਕਰਕੇ 3-4 ਹਜ਼ਾਰ ਤਨਖਾਹ ਹੈ, ਖੜੇ ਰਹੋ ਸਾਰੀ ਦਿਹਾੜੀ। ਫਿਰ ਗਵਰਨਮੈਂਟ ਜੌਬ ਵੀ ਮਿਲੇ ਆ ਤਾਂ ਫਿਰ ਤਾਂ ਹੀ ਆਪਣੇ ਵੀ ਲਾਈਫ ਸਟਾਈਲ ਵਧੀਆ ਹੋਊਗਾ। ਆਪਾਂ ਆਪਦੀ ਜੋ ਵੀ ਆਪਾਂ ਚਾਹੁੰਦੇ ਹੈਗੇ ਉਹ ਆਪਣੀ ਜੋ ਵੀ ਆਪਣੀ ਉਮੀਦਾਂ ਨੇ ਸੁਪਨੇ ਨੇ ਉਹ ਆਪਣੇ ਪੂਰੇ ਤਾਂ ਹੀ ਹੋਣਗੇ। ਬਟ ਜਦੋਂ ਬਾਹਰ ਜਾਂਦੇ ਚਾਹੇ ਆਪਾਂ ਉੱਥੇ ਦਿਹਾੜੀ ਕਰੀਏ ਚਾਹੇ ਮਾਰ ਕੇ ਆਪਣਾ ਹੱਥ ਨੂੰ ਰੋਟੀ ਪੂਰੀ ਵਧੀਆ ਮਿਲਦੀ ਆ, 4 ਪੈਸੇ ਜੇਬ 'ਚ ਹੁੰਦੇ ਨੇ, ਬੰਦਾ ਖੁਸ਼ ਹੁੰਦਾ। ਮੇਰੀ ਇਹੀ ਦਰਖਾਸਤ ਹੈ ਇੰਡੀਅਨ ਗਵਰਨਮੈਂਟ ਨੂੰ ਵੀ ਕੁਝ ਸਟੈਪਸ ਲਿੱਤੇ ਜਾਣ ਵੀ ਆਪਣਾ ਜਿਹੜਾ ਇੰਡੀਅਨ ਰੁਪੀ ਆ ਵੀ ਉਹਦਾ ਜਿਹੜਾ ਬੇਸ ਪ੍ਰਾਈਸ ਆ ਵੀ ਡਾਲਰ ਦੇ ਨਾਲ ਮਤਲਬ ਤਾਂ ਪਹਿਲਾਂ ਸੀਗਾ ਪਹਿਲਾਂ ਵਾਲੇ ਪ੍ਰਾਈਸ ਤੇ ਹੋਵੇ, ਕਿਉਂਕਿ ਹੁਣ ਜਿਹੜੇ ਬੱਚੇ ਮਿਡਲ ਸਟੈਂਡਰਡ ਫੈਮਿਲੀ ਤੋਂ ਬਿਲੋਂਗ ਕਰਦੇ ਆ ਤੇ ਡਾਲਰ ਦਾ ਹੁਣ ਪ੍ਰਾਈਸ ਵੀ ਅਗਰ ਇੰਡੀਅਨ ਰੁਪੀਸ ਨਾਲ ਦੇਖੀਏ ਆਪਾਂ 20% ਦਾ ਫਰਕ ਪੈ ਗਿਆ। ਇੰਡੀਅਨ ਰੁਪੀਸ 20% ਡਾਊਨ ਹੋ ਗਿਆ ਐਜ਼ ਕੰਪੇਅਰ ਟੂ ਦ ਅਰਲੀਅਰ ਟਾਈਮਸ। ਸੋ ਇੰਡੀਅਨ ਗਵਰਨਮੈਂਟ ਨੂੰ ਸਿਰਫ ਇਹੀ ਮੈਂ ਦਰਖਾਸਤ ਕਰਦਾ ਹਾਂ, ਰਿਕੁਐਸਟ ਆ ਵੀ ਕੁਝ ਸਟੈਪਸ ਲਿੱਤੇ ਜਾਣ। ਓਵਰਸੀਜ਼ ਐਜੂਕੇਸ਼ਨ ਕੰਸਲਟੈਂਟਸ ਦਾ ਕਹਿਣਾ ਹੈ ਕਿ ਰੁਪੀ ਸਲੰਪ ਦੇ ਕਾਰਨ ਐਪਲੀਕੇਸ਼ਨਸ ਵਿੱਚ ਗਿਰਾਵਟ ਆਈ ਹੈ। Many students who were earlier keen to go abroad now have taken a back step as their families find it hard to arrange for that extra bit of fees and mounting living costs. ਹਰ ਆਦਮੀ ਦੀ ਸਮਰੱਥਾ ਇੰਨੀ ਨਹੀਂ ਹੁੰਦੀ ਕਿ ਉਹ 20% ਹੋਰ ਇੱਕਦਮ ਜਟਾ ਲੇ। ਅੱਗੇ ਲੋਕੀ ਵਿਚਾਰੇ ਮਸਾ ਦਾ ਇਕੱਠੇ ਕਰਕੇ ਹਿੰਮਤ ਮਾਰ ਕੇ ਹਮਲਾ ਮਾਰਦੇ ਨੇ। ਉਹ ਹਮਲਾ ਮਾਰਨਾ ਥੋੜਾ ਜਿਹਾ ਹੋਰ ਔਖਾ ਹੋ ਜਾਂਦਾ। ਜੇ ਅੱਗੇ 100 ਬੰਦਾ ਮਾਰ ਸਕਦਾ ਸੀ ਤਾਂ ਹੁਣ ਉਹ ਜੇ ਆਪਾਂ ਕਹੀਏ 10-15-20% ਘੱਟ ਹੀ ਜਾਂਦਾ। ਅੱਜ ਕੱਲ੍ਹ ਸਾਡੇ ਕੋਲ ਅਸੈਸਮੈਂਟ ਦੇ ਹਿਸਾਬ ਨਾਲ ਇਹਦਾ ਸਾਡੇ ਕੰਮ ਤੇ ਬਹੁਤ ਅਸਰ ਪਿਆ। ਇੰਨਾ ਹੀ ਨਹੀਂ, ਸਲੋਇੰਗ ਗਲੋਬਲ ਇਕਨੋਮੀ, ਸਟ੍ਰਿਕਟ ਵੀਜ਼ਾ ਨੋਰਮਸ ਅਤੇ ਸਟ੍ਰਿੰਜੈਂਟ ਇਮੀਗ੍ਰੇਸ਼ਨ ਪਾਲਿਸੀਜ਼ ਨੇ ਇਹਨਾਂ ਸਟੂਡੈਂਟਸ ਦੀਆਂ ਮੁਸ਼ਕਿਲਾਂ ਨੂੰ ਵਧਾ ਦਿੱਤਾ ਹੈ। ਕਿਸੇ ਕੰਟਰੀ ਨੇ ਸਟੱਡੀ ਰੈਕੁਇਜ਼ਿਟਸ ਦਾ ਬਾਰ ਉੱਤੇ ਕਰ ਦਿੱਤਾ ਹੈ ਜਾਂ ਫਿਰ ਕਿਸੇ ਕੰਟਰੀ ਦੇ ਵੀਜ਼ਾ ਲਈ ਹੁਣ ਅਕਾਊਂਟਸ ਵਿੱਚ ਜ਼ਿਆਦਾ ਪੈਸਾ ਵਿਖਾਉਣ ਦੀ ਲੋੜ ਹੈ। ਸਾਰੇ ਖਰਚੇ ਵੱਧ ਜਾਂਦੇ ਨਹੀਂ ਕਿਉਂਕਿ ਕੰਟਰੀਜ਼ ਜਦੋਂ ਡਾਲਰ ਸਾਡਾ ਰੁਪਈਆ ਸਸਤਾ ਹੁੰਦਾ, ਕੰਟਰੀਜ਼ ਆਪਣੇ ਖਰਚਾ ਜਿਹੜਾ ਅਸੀਂ ਦਿਖਾ ਕੇ ਜਾਣਾ ਹੁੰਦਾ ਉਹਨੂੰ ਵਧਾ ਦਿੰਦੀਆਂ। ਹੁਣ ਜਿਵੇਂ ਹਰ ਕੰਟਰੀ ਹੈਗੀ ਆ ਉਹ ਖਰਚਾ ਵਧਾ ਦਿੰਦੀ, UK ਨੇ ਵੀ ਵਧਾਤਾ, ਨਿਊਜ਼ੀਲੈਂਡ ਨੇ ਵੀ ਵਧਾਤਾ। ਸੋ ਓਵਰਆਲ ਫੰਡਾਂ ਦੀ ਰਿਕੁਆਇਰਮੈਂਟ ਵੱਧ ਜਾਂਦੀ ਹੈ, ਲੋਕਾਂ ਦੇ ਉੱਤੇ ਹੋਰ ਜ਼ੋਰ ਪੈ ਜਾਂਦਾ ਹੈ। ਹੁਣ ਇਸ ਸਾਰੀ ਸਿਚੁਏਸ਼ਨ ਵਿੱਚ ਦੇਖਣਾ ਹੈ ਕਿ ਸਟੂਡੈਂਟਸ ਆਪਣੇ ਫੋਰਨ ਡ੍ਰੀਮਸ ਨੂੰ ਪੂਰਾ ਕਰਨ ਲਈ ਕਿਸ ਹੱਦ ਤੱਕ ਜਾਣਗੇ। Will they make it to London, California or Toronto? All comes down to the worth of rupee in times to come. Like one says, it's all about the money, honey. This is Avneet Arora with Jermanjeet Singh for Day and Night News. And now it's time for another short break. At the break to baad, composer and singer Channi Singh nu Queen Elizabeth ne Order of the British Empire naal kita sanmanit.